साध संगत जी अगले सवाल ਵੱਲ ਚੱਲਦੇ ਹਾਂ। ਅਗਲੇ ਸਵਾਲ ਹੈ ਕਿ ਕਈ ਥਾਵਾਂ ਤੇ ਜਿਸ ਵੇਲੇ ਅੰਮ੍ਰਿਤ ਸੰਚਾਰ ਹੁੰਦਾ ਤਾਂ ਉਸ ਵੇਲੇ ਕਈ ਪਰਿਵਾਰ ਜਿਹੜੇ ਨੇ ਉਹ ਆਪਣੇ ਬੱਚਿਆਂ ਨੂੰ ਨਾਲ ਲੈ ਆਉਂਦੇ ਨੇ। ਇਹ ਦਾਸ ਨੇ ਵੀ ਦੇਖਿਆ ਵੀ ਕਈ ਵਾਰੀ ਐਸੇ ਪ੍ਰੋਗਰਾਮ ਵਿੱਚ ਜਦ ਸ਼ਾਮਲ ਹੋਈਦਾ ਤਾਂ ਬਹੁਤ ਸਾਰੀਆਂ ਜਿਹੜੇ ਪਰਿਵਾਰ ਨੇ ਉਹ ਆਪਣੇ ਬੱਚਿਆਂ ਨੂੰ ਨਾਲ ਲਿਆਉਂਦੇ ਨੇ ਕਿ ਇਹਨਾਂ ਨੂੰ ਚੂਲਾ ਦੇ ਦਿਓ। ਔਰ ਪਿੱਛੇ ਵੀ 2 ਸਾਲ ਪਹਿਲੇ ਇੱਥੇ ਅੰਮ੍ਰਿਤ ਸੰਚਾਰ ਹੋਇਆ ਤਾਂ ਇੱਕ ਦੋ ਪਰਿਵਾਰ ਬੱਚਿਆਂ ਨਾਲ ਹੈ ਚੂਲਾ ਦੇ ਦਿਓ। ਉੱਥੇ ਫਿਰ ਪੰਜਾਂ ਸਿੰਘਾਂ ਨੇ ਆਪਸ ਬੈਠ ਕੇ ਵਿਚਾਰ ਕੀਤੀ ਵੀ ਚੂਲੇ ਦਾ ਤਾਂ ਕੋਈ ਵਿਧਾਨ ਹੀ ਨਹੀਂ ਹੈ ਤੇ ਖੈਰ ਪਰ ਉਹ ਫਿਰ ਵੀ ਜ਼ਿੱਦ ਕਰਨੀ ਜੀ ਤੁਹਾਨੂੰ ਕੀ ਫਰਕ ਪੈਂਦਾ ਤੁਸੀਂ ਚੂਲਾ ਦੇ ਦਿਓ ਸਾਡੇ ਸ਼ਰਧਾ ਹੈ ਜੀ। ਮੈਂ ਬੈਕਗਰਾਉਂਡ ਤਾਂ ਦੱਸ ਰਿਹਾ ਕਿ ਸਾਨੂੰ ਸਵਾਲ ਵੀ ਇਹੋ ਜਿਹਾ ਆਇਆ ਵੀ ਕਈ ਥਾਵਾਂ ਤੇ ਅੰਮ੍ਰਿਤ ਸੰਚਾਰ ਵੇਲੇ ਬੱਚਿਆਂ ਨੂੰ ਚੂਲਾ ਦਿੱਤਾ ਜਾਂਦਾ ਹੈ ਵੀ ਕੀ ਇਹ ਠੀਕ ਹੈ, ਮਰਿਆਦਾ ਅਨੁਸਾਰ ਠੀਕ ਹੈ ਕਿ ਨਹੀਂ ਹੈ। ਮੈਂ ਬੇਨਤੀ ਕਰ ਰਿਹਾ ਵੀਰ ਹਰਜੀਤ ਸਿੰਘ ਜੀ, ਤੁਸੀਂ ਅੱਜ ਕੱਲ੍ਹ ਸਿੱਖ ਮਰਿਆਦਾ ਤੋਂ ਬੜੇ ਡਿਟੇਲ ਸਾਨੂੰ ਸਮਝਾ ਰਹੇ ਹੋ ਤਾਂ ਮੈਂ ਤੁਹਾਨੂੰ ਹੀ ਬੇਨਤੀ ਕਰਾਂਗਾ ਵੀ ਕਿਰਪਾ ਕਰਕੇ ਇਸ ਬਾਰੇ ਵੀ ਆਪਣੀ ਰਾਏ ਦਿਓ ਵੀ ਜਿਹੜੇ ਮਾਤਾ ਪਿਤਾ ਇਸ ਗੱਲ ਤੇ ਕਹਿੰਦੇ ਨੇ ਕਿ ਨਹੀਂ ਜੀ ਜ਼ਰੂਰ ਦਿਓ, ਚੂਲਾ ਦੇਣਾ ਚਾਹੀਦਾ ਹੈ ਜਾਂ ਨਹੀਂ ਦੇਣਾ ਚਾਹੀਦਾ। ਹਾਂਜੀ ਸਾ ਹਰਜੀਤ ਸਿੰਘ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ। ਜਦੋਂ ਅੰਮ੍ਰਿਤ ਸੰਸਕਾਰ ਦੀ ਆਪਾਂ ਸ਼ੁਰੂਆਤ ਕੀਤੀ ਸੀ ਉਹਦੇ ਪਹਿਲੇ ਪਹਿਰੇ ਦੇ ਵਿੱਚ ਇੱਕ ਲਫ਼ਜ਼ ਆਏ ਸੀ, ਇੱਕ ਲਾਈਨ ਆਈ ਸੀ ਵੀ ਅੰਮ੍ਰਿਤ ਦੀ ਦਾਤ ਲੈਣ ਦਾ ਅਧਿਕਾਰੀ ਹੋਇਆ ਜਿਸ ਨੇ ਹੋਸ਼ ਸੰਭਾਲੀ ਹੋਈ ਹੋਵੇ। ਹੋਸ਼ ਸੰਭਾਲੀ ਦਾ ਮਤਲਬ ਵੀ ਅੰਮ੍ਰਿਤ ਪਾਨ ਕਰਨ ਤੋਂ ਬਾਅਦ ਜੋ ਮਰਿਆਦਾ ਹੈ ਉਹਨੂੰ ਪੂਰੀ ਤਰ੍ਹਾਂ ਨਿਭਾਉਣਾ, ਰਹਿਤ ਰੱਖਣੀ, ਰਹਿਤਾਂ ਤੋਂ ਬਚਣਾ, ਬਾਣੀਆਂ ਦਾ ਪਾਠ। ਆਵਾਜ਼ ਨਹੀਂ ਆ ਰਹੀ। ਅਜੇ ਸਿੰਘ ਜੀ ਆਵਾਜ਼ ਠੀਕ ਹੈ, ਤੁਸੀਂ ਚਿੰਤਾ ਨਾ ਕਰੋ। ਬਾਣੀਆਂ ਦੇ ਨਾਲ ਜੁੜਨਾ, ਸਵੇਰੇ ਨਿਤਨੇਮ ਦਾ ਪਾਠ ਕਰਨਾ, ਸ਼ਾਮ ਨੂੰ ਰਹਿਰਾਸ ਸਾਹਿਬ ਸੋਹਿਲੇ ਦੀ ਬਾਣੀ ਪੜ੍ਹਨੀ ਇੱਕ ਪਰੰਪਰਾ, ਇੱਕ ਮਰਿਆਦਾ ਹੈ ਜੋ ਇੱਕ ਅੰਮ੍ਰਿਤਧਾਰੀ ਗੁਰਸਿੱਖ ਲਈ ਹੋਣੀ ਚਾਹੀਦੀ ਹੈ। ਇਸ ਵਾਸਤੇ ਉਹਦੇ 'ਚ ਪਹਿਲਾ ਵਿਧੀ ਵਿਧਾਨ ਜਿਹੜਾ ਸੀ ਦਰਜ ਕੀਤਾ ਗਿਆ ਕਿ ਉਹਨੇ ਆਪਣੀ ਹੋਸ਼ ਸੰਭਾਲੀ ਹੋਈ ਹੋਵੇ। ਹੋਸ਼ ਸੰਭਾਲਣ ਦਾ ਇਸ ਨਾਲ ਬਹੁਤਾ ਤਲਕ ਨਹੀਂ ਹੈ ਜਿੰਨਾ ਸੰਬੰਧ ਸਾਡੇ ਮਾਨਸਿਕ ਅਵਸਥਾ ਦੇ ਨਾਲ ਹੈ। ਮਾਨਸਿਕ ਅਵਸਥਾ ਦੀ ਗੱਲ ਉਹ 5 ਸਾਲ 'ਚ ਵੀ, 4 ਸਾਲ 'ਚ ਵੀ, 6 ਸਾਲ 'ਚ ਵੀ, 7 ਸਾਲ 'ਚ ਵੀ, 8 ਸਾਲ 'ਚ ਵੀ ਜਿਵੇਂ ਬੱਚੇ ਤਿਆਰ ਹੋ ਜਾਂਦੇ ਆ ਉਹ ਕਿਸੇ ਇਹਦੇ 'ਚ ਏਜ ਦੀ ਉਮਰ ਦੀ ਕੋਈ ਲਿਮਟ ਨਹੀਂ ਹੈ। ਸਿੱਖ ਧਰਮ ਨੇ ਕਿੰਨੀ ਵਿਸ਼ਾਲਤਾ ਦਿਖਾਈ ਹੈ ਵੀ ਇੱਥੇ ਬੱਚਾ ਵੀ ਅੰਮ੍ਰਿਤ ਪਾਨ ਕਰ ਸਕਦਾ ਜਿਹਦੀ ਹੋਸ਼ ਸੰਭਾਲੀ ਹੋਵੇ ਤੇ ਬਜ਼ੁਰਗ ਵੀ ਅੰਮ੍ਰਿਤ ਪਾਨ ਕਰ ਸਕਦਾ ਜਿਹਦੀ ਉਮਰ ਦਾ ਹਿੱਸਾ ਜਿਹੜਾ ਜ਼ਿੰਦਗੀ ਦਾ ਲੰਘ ਚੁੱਕਾ ਉਹ ਵੀ ਕਰ ਸਕਦਾ ਹੈ। ਇੱਥੇ ਉਮਰ ਦੀ ਵੀ ਇਹ ਵੀ ਪਾਬੰਦੀ ਨਹੀਂ ਲਾਈ ਵੀ ਇੱਥੇ 9 ਸਾਲ 'ਚ ਹੀ ਕਰਨਾ ਜ਼ਰੂਰੀ ਹੈ ਜਾਂ 16 ਸਾਲ ਦੇ ਵਿੱਚ ਜਾ ਕੇ ਬੈਪਟਾਈਜ਼ ਕਰਨਾ ਜ਼ਰੂਰੀ ਹੈ ਜਾਂ ਇਸ ਤੋਂ ਬਾਅਦ ਜ਼ਰੂਰ ਸੁਨਨਤ ਕਰਨੀ ਜਨਮ ਦੇ ਨਾਲ ਜ਼ਰੂਰੀ ਹੈ। ਕਿਤੇ ਕੋਈ ਪਾਬੰਦੀ ਨਹੀਂ ਲਾਈ, ਪਰ ਇੱਥੇ ਨਾਲ ਸ਼ਰਤ ਜ਼ਰੂਰੀ ਹੈ ਕਿ ਜੋ ਅੰਮ੍ਰਿਤ ਪਾਨ ਅਸੀਂ ਕਰਦੇ ਹਾਂ ਉਹਨਾਂ ਦੀ ਸੰਭਾਲ ਕਰਨੀ ਬੜੀ ਜ਼ਰੂਰੀ ਹੈ। ਉਹ ਸੰਭਾਲ ਕਰਨ ਦੇ ਲਈ ਇੱਕ ਬੱਚਾ ਜਿਹੜਾ ਗੋਦੀ ਵਿੱਚ ਹੈ, ਇੱਕ ਬੱਚਾ ਜਿਹੜਾ 1-2 ਸਾਲ ਦਾ ਹੈ, ਉਹ ਰਹਿਤ ਰੱਖਣੀ ਅਸੰਭਵ ਹੈ, ਰਹਿਤ ਰੱਖ ਹੀ ਨਹੀਂ ਸਕਦਾ। ਇਸ ਵਾਸਤੇ ਚੂਲੇ ਦਾ ਕੋਈ ਵਿਧੀ ਵਿਧਾਨ ਸਿੱਖ ਰਹਿਤ ਮਰਿਆਦਾ ਵਿੱਚ ਕਿਤੇ ਵੀ ਦਰਜ ਨਹੀਂ ਕੀਤਾ ਗਿਆ। ਮਰਿਆਦਾ ਜੋ ਅੰਮ੍ਰਿਤ ਦੀ ਅੱਗੇ ਆਏਗੀ ਉਹ 'ਚ ਸਪਸ਼ਟ ਲਿਖਿਆ ਹੋਇਆ ਕਿ 5 ਚੂਲੇ ਉਸਨੂੰ ਛਕਣ ਲਈ ਦਿੱਤੇ ਜਾਂਦੇ ਹਨ, 5 ਚੂਲੇ ਨੇਤਰਾਂ ਵਿੱਚ ਬੁਰਕੇ ਜਾਂਦੇ ਹਨ, 5 ਚੂਲੇ ਸੀਸ ਵਿੱਚ ਸਜਾਏ ਜਾਂਦੇ ਹਨ, 15 ਵਾਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦ੍ਰਿੜ ਕਰਾਈ ਜਾਂਦੀ ਹੈ। ਇੱਕ ਵਾਰੀ ਉਦੋਂ ਜਦੋਂ ਅੰਮ੍ਰਿਤ ਪਾਨ ਕਰਨ ਆਉਣਾ ਹੈ, ਇੱਕ ਵਾਰੀ ਉਦੋਂ ਜਦੋਂ ਅੰਮ੍ਰਿਤ ਪਾਨ ਕਰਨ ਤੋਂ ਬਾਅਦ ਫਤਿਹ ਬੁਲਾਉਣੀ ਹੈ। 17 ਵਾਰੀ ਫਤਿਹ ਦਾ ਤਕਰੀਬਨ ਵਿਧਾਨ ਹੈ ਅੰਮ੍ਰਿਤ ਪਾਨ ਕਰਨ ਦੇ ਸਮੇਂ ਵਿੱਚ। ਔਰ ਇਹ ਗੱਲ ਦ੍ਰਿੜ ਕਰਾ ਦੇਣੀ ਵੀ ਅੱਜ ਤੋਂ ਤੂੰ ਵਾਹਿਗੁਰੂ ਦਾ ਹੋ ਗਿਆ ਔਰ ਵਾਹਿਗੁਰੂ ਦੀ ਹਮੇਸ਼ਾ ਫਤਿਹ ਹੈ। ਇਸ ਵਾਸਤੇ ਤੇਰੀ ਵੀ ਜ਼ਿੰਦਗੀ ਵਿੱਚ ਫਤਿਹ ਹੋਏਗੀ ਜੇ ਤੂੰ ਵਾਹਿਗੁਰੂ ਦਾ ਹੋ ਕੇ ਜੀਵਨ ਜਿਉਏਗਾ। ਜਿਹੜਾ ਗੁਰੂ ਨੂੰ ਆਏ ਸੀਸ ਭੇਟ ਕੀਤਾ ਹੈ, ਇਹ ਸੀਸ ਭੇਟ ਕਰਨ ਦੀ ਮਰਿਆਦਾ ਤੇ ਪਰੰਪਰਾ ਨੂੰ ਵੀ ਸਮਝਣਾ ਪਿਆ। ਕੇਵਲ ਇਹ ਰਸਮੀ ਨਹੀਂ ਹੈ ਵੀ ਅਸੀਂ ਚਾਹੇ 5 ਚੂਲੇ ਪੀ ਲਏ, 5 ਚੇਤਰਾ 'ਚ ਮਾਰ ਲਏ, 5 ਸਜਾ ਲਏ, ਇਹ ਰਸਮੀ ਤੌਰ ਤੇ ਨਹੀਂ ਹੈ। ਅੰਮ੍ਰਿਤ ਪਾਨ
ਜੋ ਅੰਮ੍ਰਿਤ ਦੀ ਦਾਤ ਜਿਹਨੂੰ ਖੰਡੇ ਬਾਟੇ ਦੀ ਪਹੁਲ ਅਸੀਂ ਆਖਦੇ ਹਾਂ, ਇਹ ਗੁਰੂ ਵਾਲੇ ਬਣਨ ਦਾ ਸਿੱਖੀ ਵਿੱਚ ਇੱਕ ਵਿਧਾਨ ਹੈ। ਔਰ ਜਿਹੜਾ ਗੁਰੂ ਵਾਲਾ ਨਹੀਂ ਬਣਦਾ, ਗੁਰੇ ਕਾ ਨਾਮ ਬੁਰਾ, ਗੁਰਬਾਣੀ ਵਿੱਚ ਵੀ ਉਹਨੂੰ ਇਹ ਦਰਸਾਇਆ ਗਿਆ ਹੈ। ਤਾਂ ਸਪਸ਼ਟ ਜੀ ਗੱਲ ਇਹ ਹੈ, ਇਹ ਅੰਮ੍ਰਿਤ ਇੱਕ ਬੜੀ ਜ਼ਿੰਮੇਵਾਰੀ ਵਾਲਾ ਕੰਮ ਹੈ, ਔਰ ਜਿਸ ਨੂੰ ਸੰਭਾਲਣਾ, ਰਹਿਤਾਂ ਵਿੱਚ ਰਹਿਣਾ ਤੇ ਕੁਰਹਿਤਾਂ ਤੋਂ ਬਚਣਾ ਤੇ ਨਿਤਨੇਮ ਦੀਆਂ ਬਾਣੀਆਂ ਨਾਲ ਜੁੜਨਾ, ਔਰ ਜੀਵਨ ਦੇ ਵਿੱਚ ਸਾਰੇ ਕਾਰਜ ਕਰਦਿਆਂ ਗੁਰਮਤਿ ਤੇ ਮਨਮਤ ਦਾ ਖਿਆਲ ਰੱਖਣਾ, ਇਹ ਬੜੀ ਜ਼ਰੂਰੀ ਚੀਜ਼ ਹੈ। ਤਾਂ ਜਿਸ ਬੱਚੇ ਨੇ ਅਜੇ ਗੋਦੀ ਵਿੱਚ ਹੈ ਜਾਂ ਹੋਸ਼ ਹੀ ਨਹੀਂ ਸੰਭਾਲੀ, ਉਹ ਇਹ ਚੀਜ਼ਾਂ ਨੂੰ ਪੂਰਾ ਕਰਨ ਦਾ ਪੂਰਾ ਨਹੀਂ ਕਰ ਸਕਦਾ, ਜਿਸ ਵਾਸਤੇ ਰਹਿਤ ਮਰਿਆਦਾ ਵਿੱਚ ਕਿਤੇ ਵੀ ਚੂਲੇ ਦਾ ਕੋਈ ਵਿਧਾਨ ਨਹੀਂ ਦਿੱਤਾ ਗਿਆ। ਇਸ ਵਾਸਤੇ ਅੰਮ੍ਰਿਤ ਪਾਨ ਕਰਨਾ ਹੀ ਜ਼ਰੂਰੀ ਹੈ। ਜਿਹੜੇ ਬੱਚੇ ਹੋਸ਼ ਸੰਭਾਲ ਲੈਂਦੇ ਹਨ, ਜਦੋਂ ਨਿਤਨੇਮ ਕਰਨ ਜੋਗੇ ਹੋ ਜਾਂਦੇ ਹਨ, ਜਦ ਰਹਿਤਾਂ ਦੀ ਜੋ ਜਾਣਕਾਰੀ ਹੋ ਜਾਂਦੀ ਹੈ, ਕੁਰਹਿਤਾਂ ਤੋਂ ਬਚਣ ਦੀ ਗੱਲ ਸਮਝ ਆ ਜਾਂਦੀ ਹੈ, ਉਦੋਂ ਸਾਨੂੰ ਚਾਹੀਦਾ ਕਿ ਆਪਣੇ ਬੱਚਿਆਂ ਨੂੰ ਅਸੀਂ ਅੰਮ੍ਰਿਤ ਪਾਨ ਕਰਾ ਦਈਏ। ਜੇ ਵੱਡੇ ਹੋ ਜਾਣਗੇ ਫਿਰ ਉਹਨਾਂ ਦੇ ਇਸ ਪਾਸੇ ਤੋਂ ਵੈਸੇ ਵੀ ਮੂੰਹ ਮੋੜ ਲੈਂਦੇ ਹਨ, ਕਿਉਂਕਿ ਫਿਰ ਸੰਗਤ ਇਹੋ ਜਿਹੀ ਮਿਲਦੀ ਹੈ ਤੇ ਸੰਗਤ ਦੇ ਨਾਲ ਫਿਰ ਵਿਚਾਰ ਵੀ ਬਦਲਦੇ ਰਹਿੰਦੇ ਹਨ। ਉਸ ਤੱਕ ਪਹੁੰਚਣ ਤੋਂ ਪਹਿਲਾਂ ਹੀ ਸਾਨੂੰ ਉਹ ਘਾਟ ਦੇਣੀ ਚਾਹੀਦੀ ਹੈ ਕਿ ਜਦੋਂ ਵੀ ਬੱਚੇ ਹੋਸ਼ ਸੰਭਾਲਦੇ ਆ, ਅਸੀਂ ਉਹਨਾਂ ਨੂੰ ਖੰਡੇ ਬਾਟੇ ਦੀ ਪਹੁਲ ਜਿਹੜੀ ਹੈ ਪੰਜਾਂ ਕੇ ਪੇਸ਼ ਕਰਕੇ ਲੈ ਦਈਏ। ਚੂਲੇ ਦਾ ਕੋਈ ਵਿਧਾਨ ਸਿੱਖੀ ਦੇ ਵਿੱਚ ਨਹੀਂ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। तो चूल्हे का कोई विधान नहीं है, स्पष्ट कर दिता वीर जी ने। तो संगतां नूं इस गल बारे स्पष्ट होना चाहिए, क्योंकि सिख रहत मर्यादा विच ये सारियां चीज़ां कवर्ड ने, और अजकल असीं सिख रहत मर्यादा पढ़ भी रहे हैं। एक जिहड़ी उहदी मद है, उहदी विचार हो रही है। तो बहुत सारियां गल्लां जिहड़ियां ने सत संगत जी, वो जिन्हों आपां हीयर शेर कहने भी एवें चलियां चलाइयां, भी एक ने कहते इंज कर लो, दूजे ने कहते है कर लो। तो वो आम समाजिक तौर पर भी ऐसे नहीं करनियां चाहिए। हर गल जिहड़ी है वो बिल्कुल वैल फाउंडेड ऑथेंटिक होनी चाहिए है। और धर्म के खेत्र में तो सानूं बहुत ख्याल रखना चाहिए। ये नहीं भी गल मैं कितों सुनी तो मैं अगे जाके सुना दें। तो सानूं हर गल नूं वेरीफाई करना चाहिए, देखना चाहिए भी ठीक है कि नहीं। और उसकी कसवट्टी है गुरमत। जिहड़ी चीज़ गुरमत ते नहीं उतरती, वो भावें किसी ने भी कही होवे, सानूं एकदम एक्सैप्ट नहीं करनी चाहिए। क्योंकि जिहड़ी चीज़ गुरमत, वीर जी ने ये गल की, गुरमत ते मनमत का ख्याल रखा। जिहड़ी चीज़ गुरमत नहीं उतरती और जिहड़ी गुरु ग्रंथ साहिब की बाणी के अनुकूल नहीं है, वो भावें किसी भी लिखी होवे या किसी नूं कही होवे, वो सानूं एक्सैप्ट नहीं करनी होनी चाहिए। तो हर गल बड़ी क्लीयर है। श्री गुरु ग्रंथ साहिब की बाणी च हर चीज़ का, हर सवाल का उत्तर मिलता है। सानूं किते बाहर भटकण की लोड़ नहीं है। तो आओ साथ संगत, सिर्फ असी एक डिसिपलिन चाहिए, और जिहड़ियां गल्लां आम कीतियां जांदियां ने। क्योंकि एक गल होर जिहड़ी मैं समझदा साडे मत विच, कि साडे ते चैक कोई नहीं है। जिहड़ा मर्जी कोई डेरा खोल लवे, जिहड़ा मर्जी कोई किताब लिख देवे, जिहड़ा मर्जी कोई ख्याल कर देवे। और हुण जद इंटरनेट का जमाना आ गया, तो जिहदा जो दिल करदा है वो उत्ते अपनी क्लिप पा दिंदा। ते असीं उहनूं मतलब जिस वेले साडी भी हुण आदत है, कोई चीज़ देखनी होएगी तो चलो जी तुसीं अपना इंटरनेट ते देखो, गूगल करो, कि ਉਹਦੇ 'ਚ ਕੀ ਹੈ, ਜਿਹੜੀ ਚੀਜ਼ ਸਾਡੇ ਸਾਹਮਣੇ ਆ ਜਾਂਦੀ, ਸਾਨੂੰ ਸੋਚਣਾ ਚਾਹੀਦਾ ਵੀ ਕਈ ਕਹਿੰਦੇ ਆ ਔਰ ਇਹਦਾ ਮਤਲਬ ਕੀ ਹੈ। ਔਰ ਸਭ ਤੋਂ ਵੱਡੀ ਕਸਵੱਟੀ ਤਾਂ ਗੁਰੂ ਗ੍ਰੰਥ ਸਾਹਿਬ ਜੀ ਨੇ। ਜੇ ਗੁਰੂ ਗ੍ਰੰਥ ਸਾਹਿਬ ਦੀ ਵਿਚਾਰਧਾਰਾ ਨਾਲ ਕੋਈ ਗੱਲ ਨਹੀਂ ਮਿਲਦੀ, ਤੇ ਜਿਸ ਮਰਜ਼ੀ ਨੇ ਲਿਖੀ ਹੋਵੇ ਉਹ ਨਹੀਂ ਹੋਣੀ ਚਾਹੀਦੀ। ਇਸੇ ਤਰ੍ਹਾਂ ਇਹ ਜਿਹੜਾ ਅੱਜ ਵੀ ਸਾਡੇ ਕੋਲ ਸਵਾਲ ਆਇਆ, ਇਹ ਵੀ ਸੁਣੀ ਸੁਣਾਈ ਦੀ ਗੱਲ ਹੈ, ਚਲੇ ਚਲਾਈ ਦੀ ਗੱਲ ਹੈ, ਵੀ ਚਲੀ ਜਾਂਦਾ ਚਲੋ ਠੀਕ ਹੈ ਚੂਲਾ ਦੇ ਦਿਓ, ਕੋਈ ਹਰਜ ਨਹੀਂ। ਮੈਂ ਜਿਵੇਂ ਪਹਿਲੇ ਬੇਨਤੀ ਕੀਤੀ ਸੀ, खुद मैं हाजिर सां उत्थे, जब बीबी कहन लगी भी नहीं जी नहीं, हुण असीं बड़ी शरधा रख के आए हैं जी, बच्चे दा दिल टुट जाएगा जी, तुसीं इहनूं चूला दिओ जी। चूले का विधान ही कोई नहीं, कित्थों दे जी। तो इस करके सानूं इन्हां रोह रीतां दा ख्याल रखना चाहिए। हरजीत सिंह जी, आप जी का बहुत बहुत धन्नवाद।